कि ਜਿਹੜੇ ਦੋਸਤ ਥੋੜਾ ਭੁੱਲੇ ਹੋਏ ਨੇ, ਜਿਹੜੇ ਦੋਸਤ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਨੇ, ਉਹ ਉਦਾਰਾ ਇਹ ਸਟੋਰੀ ਸੁਣ ਕੇ ਤੇ ਦੋਸਤੋ ਇਹ ਦੇਖ ਲਓ ਕਿ ਅੱਲਾਹ ਤਾਲਾ ਦੇ ਹੁਕਮ ਦੀ ਜਿਹੜਾ ਨਾਫਰਮਾਨੀ ਕਰਦਾ ਜਾਣਦਿਆਂ ਬੁੱਝਦਿਆਂ ਹੋਇਆਂ ਵੀ, ਔਰ ਜਿਹੜਾ ਬੰਦਾ ਯਤੀਮ ਦੇ ਨਾਲ ਜ਼ੁਲਮ ਕਰਦਾ ਹੈ ਉਹ ਹਮੇਸ਼ਾ, ਔਰ ਜਿਹੜੇ ਬੰਦੇ ਨੇ ਜਿਹੜਾ ਕਿਰਦਾਰ ਅਦਾ ਕੀਤਾ ਉਸ ਦੌਰਾਨ ਉਸ ਜ਼ੁਲਮ ਦੇ ਵਿੱਚ ਸ਼ਾਮਲ ਹੋਇਆ, ਅੱਲਾਹ ਤਾਲਾ ਨੇ ਉਹਨਾਂ ਦੇ ਉੱਤੇ ਇਹ ਵੀ ਕਹਿਰ ਨਾਜ਼ਲ ਕੀਤਾ ਕਿ ਉਹਨਾਂ ਨੂੰ ਬਿਸਮਿल्लाह रहमान रहीम। ਦੋਸਤੋ अस्सलाम वालेकुम। ਅੱਲਾਹ ਤਾਲਾ ਤੁਹਾਨੂੰ ਸਭ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ, ਆਮੀਨ ਸੁਮਾ ਆਮੀਨ। ਦੋਸਤੋ ਅੱਜ ਮੈਂ ਇੱਕ ਐਸੇ ਮੌਜੂ ਤੇ ਗੁਫ਼ਤਗੂ ਕਰਨੀ ਚਾਹ ਰਿਹਾ। ਉਸ ਮੌਜੂ ਦੇ ਉੱਤੇ ਗੁਫ਼ਤਗੂ ਕਰਨ ਦਾ ਸਿਰਫ ਇੰਨਾ ਕੁ ਮਕਸਦ ਹੈ ਕਿ ਹਰ ਬੰਦੇ ਨੂੰ ਇਸ ਚੀਜ਼ ਦਾ ਇਲਮ ਹੈ ਕਿ ਯਤੀਮ ਦੇ ਸਰ ਦੇ ਉੱਤੇ ਹੱਥ ਰੱਖੀਏ ਤੇ ਅੱਲਾਹ ਤਾਲਾ ਖੁਸ਼ ਹੁੰਦਾ ਹੈ, ਔਰ ਜਿਹੜਾ ਹੱਕ ਖਾਂਦਾ ਯਤੀਮ ਦਾ ਉਹਦੇ ਨਾਲ ਅੱਲਾਹ ਤਾਲਾ ਕਿੰਨਾ ਨਾਰਾਜ਼ ਹੁੰਦਾ ਹੈ। ਉਹ ਸਮਝ ਲਓ ਕਿ ਅੱਲਾਹ ਤਾਲਾ ਦੇ ਹੁਕਮ ਦੀ ਨਾਫਰਮਾਨੀ ਕਰਦਾ ਹੈ। ਇੱਕ ਵਾਕਿਆ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਇਸੇ ਮਸਲੇ ਦੇ ਉੱਤੇ। ਇਸ ਵੀਡੀਓ ਨੂੰ ਆਖਰ ਤੱਕ ਦੇਖਿਆ ਜੇ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਜੇ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਆ ਜੇ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤੇ ਦੋਸਤੋ ਜਿਸ ਤਰ੍ਹਾਂ ਮੈਂ ਤੁਹਾਡੇ ਅੱਗੇ ਜ਼ਿਕਰ ਕੀਤਾ ਹੈ ਕਿ ਅੱਲਾਹ ਤਾਲਾ ਨੇ ਹੁਕਮ ਫਰਮਾਇਆ ਕਿ ਯਤੀਮ ਦੇ ਸਿਰ ਦੇ ਉੱਤੇ ਹੱਥ ਰੱਖੋ ਔਰ ਉਹਦੇ ਨਾਲ ਤਾਮਨ ਕਰੋ ਔਰ ਉਹਦੀ ਦਿਲਜੋਈ ਕਰੋ, ਔਰ ਜਿਹੜਾ ਬੰਦਾ ਯਤੀਮ ਦਾ ਹੱਕ ਰੱਖਦਾ ਹੈ, ਯਤੀਮ ਨਾਲ ਜ਼ੁਲਮ ਕਰਦਾ ਹੈ, ਉਹਦੀ ਹੱਕ ਤਲਫੀ ਕਰਦਾ ਹੈ, ਅੱਲਾਹ ਤਾਲਾ ਉਹਨੂੰ ਦੁਨੀਆ ਦੇ ਉੱਤੇ ਹੀ ਇਬਰਤ ਦਾ ਨਿਸ਼ਾਨ ਬਣਾ ਦਿੰਦਾ ਹੈ। ਕਿਉਂਕਿ ਮੈਂ ਸ਼ੁਰੂ ਵਿੱਚ ਜ਼ਿਕਰ ਕੀਤਾ ਹੈ ਕਿ ਮੈਂ ਇੱਕ ਵਾਕਿਆ ਐਸਾ ਤੁਹਾਨੂੰ ਸੁਣਾਉਣਾ ਚਾਹ ਰਿਹਾ ਜਿਹਦੇ ਵਿੱਚ ਸਿਰਫ ਇਹ ਹੀ ਨਸੀਹਤ ਹੈ, ਔਰ ਜੋ ਅੱਲਾਹ ਤਾਲਾ ਨੇ ਫਰਮਾਇਆ ਸਾਨੂੰ ਇਨਸਾਨਾਂ ਨੂੰ ਉਹਦੇ ਬਾਰੇ 'ਚ ਜਿਹੜਾ ਹੁਕਮ ਦਿੱਤਾ ਹੈ ਉਹਦੇ 'ਤੇ ਜਿਹੜਾ ਅਮਲ ਕਰਦਾ ਹੈ ਉਹ ਸਦਾ ਸੁਖੀ ਰਹਿੰਦਾ ਹੈ, ਔਰ ਜਿਹੜਾ ਬੰਦਾ ਉਹਦੇ 'ਤੇ ਅਮਲ ਨਹੀਂ ਕਰਦਾ ਉਹ ਸਦਾ ਦੁਖੀ ਰਹਿੰਦਾ ਹੈ। ਵਕਤੀ ਤੌਰ 'ਤੇ ਉਹਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਬੜਾ ਖੁਸ਼ਹਾਲ ਹਾਂ, ਮਾਲੀ ਤੌਰ 'ਤੇ ਵੀ ਔਰ ਵੈਸੇ ਵੀ। ਮੇਰੇ ਅੱਗੇ ਪਿੱਛੇ ਨੌਕਰ ਚਾਕਰ ਵੀ ਨੇ, ਅਯਾਸ਼ੀ ਦੀ ਜ਼ਿੰਦਗੀ ਗੁਜ਼ਾਰ ਰਹੇ ਹਾਂ। ਅੱਜ ਮੈਂ ਵਾਕਿਆ ਜਿਹੜਾ ਸੁਣਾਉਣਾ ਚਾਹ ਰਿਹਾ ਤੁਹਾਨੂੰ, ਉਹ ਵਾਕਿਆ ਇਹ ਵੇ ਕਿ ਇੱਕ ਘਰ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਉਹਨਾਂ ਦਾ ਵਾਲਿਦ ਫੌਤ ਹੋ ਜਾਂਦਾ ਹੈ, ਔਰ ਉਹਨਾਂ ਦੇ ਜਿਹੜੇ ਅਜ਼ੀਜ਼ੋ ਅਕਾਰਬ ਨੇ, ਕਰੀਬੀ, ਜਿਨ੍ਹਾਂ ਨੂੰ ਚੱਚਾ ਕਹਿ ਸਕਦੇ ਹੋ, ਫੁੱਫੋ ਕਹਿ ਸਕਦੇ ਹੋ, ਔਰ ਵੀ ਸਮਝ ਲਓ ਜਿਹੜੇ ਕਰੀਬੀ ਰਿਸ਼ਤੇ ਹੁੰਦੇ ਨੇ, ਉਹ ਸਾਰੇ ਮੌਜੂਦ ਸਨ। ਬੱਚੇ ਛੋਟੇ ਸਨ ਜਦੋਂ ਉਹਨਾਂ ਦਾ ਵਾਲਿਦ ਫੌਤ ਹੋ ਗਿਆ, ਔਰ ਜਿਸ ਤਰ੍ਹਾਂ ਹੀ ਉਹ ਥੋੜ੍ਹੇ ਜਿਹੇ ਕੱਦ ਕੱਢਣ ਲੱਗੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਰਵੱਈਆ, ਜਿਹੜੇ ਉਹਨਾਂ ਦੇ ਆਪਣੇ ਕਰੀਬੀ ਸਨ, ਤਾਇਆ, ਚਾਚਾ ਜਾਂ ਫੁੱਫੋ, ਉਹਨਾਂ ਦਾ ਰਵੱਈਆ ਥੋੜ੍ਹਾ ਤਲਖ ਹੋ ਗਿਆ। ਖਰਚੇ ਦੇ ਮਾਮਲੇ 'ਚ, ਰਹਿਣ ਸਹਿਣ ਦੇ ਮਾਮਲੇ 'ਚ। ਇੱਕ ਦਿਨ ਉਹ ਆਇਆ ਕਿ ਉਹਨਾਂ ਦੇ ਜਿਹੜੇ ਨਨਿਆਲ ਸਨ, ਮਾਮੂ ਜਾਂ ਨਾਨਾ ਨਾਨੀ, ਉਹਨਾਂ ਬੱਚਿਆਂ ਨੂੰ ਲੈਣ ਆ ਗਏ ਔਰ ਆਪਣੀ ਬੇਟੀ ਨੂੰ ਵੀ, ਕਿਉਂਕਿ ਉਹਨਾਂ ਨੂੰ ਇਹ ਜ਼ਰੂਰਤ ਇਸ ਤੋਂ ਮਹਿਸੂਸ ਹੋਈ ਕਿ ਉਹ ਆਪਣੀ ਬੇਟੀ ਨੂੰ, ਆਪਣੇ ਦੋਤਿਆਂ ਨੂੰ ਖਰਚਾ ਭੇਜਦੇ ਸਨ। ਉਹਨਾਂ ਇੱਕ ਦਿਨ ਇਹ ਸੋਚਿਆ ਕਿ ਖਰਚਾ ਭੇਜਣ ਦੀ ਬਜਾਏ ਅਸੀਂ ਇਹਨਾਂ ਨੂੰ ਆਪਣੇ ਕੋਲ ਹੀ ਲੈ ਆਈਏ। ਉਹਨਾਂ ਦੇ ਸਮਝ ਲਓ ਕਿ ਆਪਣੀ ਬੇਟੀ ਦੇ ਸਸੁਰਾਲ ਵਾਲਿਆਂ ਨੂੰ ਹਰ ਮੁਮਕਿਨ ਕੋਸ਼ਿਸ਼ ਕੀਤੀ ਕਿ ਉਹ ਸਾਡੀ ਬੇਟੀ ਦੇ ਨਾਲ ਤਾਮਨ ਕਰਨ, ਲੇਕਿਨ ਜਦੋਂ ਉਹਨਾਂ ਨੇ ਮਹਿਸੂਸ ਕੀਤਾ ਕਿ ਮਹੱਲੇ ਦੇ ਵਿੱਚ ਵੀ ਉਹਨਾਂ ਚੰਦ ਇੱਕ ਭਰਿਆ ਪੰਚਾਇਤਾਂ ਬਣਾਈਆਂ, ਲੇਕਿਨ ਕੋਈ ਖਾਤਰ ਖਾਹ ਰਿਜ਼ਲਟ ਨਾ ਨਿਕਲਿਆ। ਉਹਦੀ ਵਜ੍ਹਾ ਸੀ ਕਿ ਭਰਿਆ ਪੰਚਾਇਤ ਦੇ ਵਿੱਚ ਉਹ ਲੋਕ ਐਗਰੀ ਹੋ ਜਾਂਦੇ ਹਨ, ਉਹਨਾਂ ਦੇ ਮੁਤਾਲਬੇ ਸਾਰੇ ਮੰਨ ਲੈਂਦੇ ਸਨ, ਲੇਕਿਨ ਜਿਸ ਤਰ੍ਹਾਂ ਹੀ ਭਰਿਆ ਪੰਚਾਇਤ ਖਤਮ ਹੁੰਦੀ ਸੀ, ਚੰਦ ਦਿਨ ਗੁਜ਼ਰਦੇ ਹਨ ਤੇ ਫਿਰ ਮਾਮਲਾ ਜੂੰ ਦਾ ਤੂੰ ਹੋ ਜਾਂਦਾ ਸੀ, ਜਿਸ ਦੀ ਵਜ੍ਹਾ ਤੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਅਸੀਂ ਖਰਚਾ ਭੇਜਣ ਦੀ ਬਜਾਏ ਉਹਨਾਂ ਨੂੰ ਆਪਣੇ ਕੋਲ ਹੀ ਰੱਖ ਲਈਏ ਔਰ ਆਪਣੀ ਨਿਗਰਾਨੀ ਦੇ ਵਿੱਚ ਆਪਣੇ ਨਵਾਸਿਆਂ ਨੂੰ, ਦੋਤਿਆਂ ਨੂੰ, ਪੰਜਾਬੀ ਜਿਹੜਾ ਦੋਤਰੇ ਅਸੀਂ ਆਨੇ, ਉਹਨਾਂ ਦੀ ਪਰਵਰਿਸ਼ ਕਰੀਏ। ਇੱਕ ਦਿਨ ਆਇਆ, ਉਹ ਲੈਣ ਆ ਗਏ। ਲੈਣ ਜਦੋਂ ਆਏ ਤੇ ਜਿਨ੍ਹਾਂ ਨੇ ਮਜ਼ਾਮਤ ਕੀਤੀ ਉਹਨਾਂ ਦੇ ਸਮਾਨ ਦੇ ਬਾਰੇ 'ਚ, ਜਿਹੜਾ ਉਹਨਾਂ ਦੇ ਆਪਣੀ ਬੇਟੀ ਨੂੰ ਜਹੇਜ਼ ਦਿੱਤਾ ਸੀ, ਉਹ ਜਦੋਂ ਉਹਨਾਂ ਲੈਣ ਦੀ ਕੋਸ਼ਿਸ਼ ਕੀਤੀ
ਤੇ ਉਹਨਾਂ ਘਰ ਵਾਲਿਆਂ ਨੇ ਮਜ਼ਾਮਤ ਕੀਤੀ ਕਿ ਅਸੀਂ ਇਹ ਸਮਾਨ ਨਹੀਂ ਲੈਣ ਦੇਣਾ, ਅਗਰ ਤੁਸੀਂ ਆਪਣੀ ਬੇਟੀ ਨੂੰ ਖੜਨਾ ਚਾਹੁੰਦੇ ਹੋ ਤੇ ਲੈ ਜਾਵੋ, ਲਿਹਾਜ਼ਾ ਅਸੀਂ ਇਹ ਸਮਾਨ ਨਹੀਂ ਲੈਣ ਦਿਆਂਗੇ। ਉਹਨਾਂ ਨੇ ਸਮਝ ਲਓ ਕਿ ਥੋੜੀ ਜ਼ਿਆਦਾ ਕੋਸ਼ਿਸ਼ ਕਰਕੇ ਤੇ ਉਹ ਸਮਾਨ ਘਰੋਂ ਕੱਢ ਲਿਆ, ਜਿਨ੍ਹਾਂ ਦੀ ਵਜ੍ਹਾ ਤੋਂ ਸਾਰੇ ਮਾਮਲਾਤ ਖਰਾਬ ਸਨ। ਜਿਨ੍ਹਾਂ ਨੇ ਫੈਮਿਲੀ ਦੇ ਵਿੱਚ ਉਲਝਾਓ ਪੈਦਾ ਕੀਤਾ ਸੀ, ਉਹ ਲੋਕ ਦੂਰੋਂ ਉਹਨਾਂ ਨੂੰ ਦੇਖ ਰਹੇ ਸਨ ਸਮਾਨ ਲੈ ਜਾਂਦਿਆਂ। ਅੱਲਾ ਦੀ ਕਰਨੀ ਇਹ ਹੋਈ ਕਿ ਜਿਨ੍ਹਾਂ ਨੇ ਇਹ ਸਾਰਾ ਮਾਮਲਾ ਕੀਤਾ, ਯਤੀਮ ਬੱਚਿਆਂ ਦੇ ਨਾਲ ਜ਼ੁਲਮ ਜ਼ਿਆਦਤੀ ਕੀਤੀ, ਉਹਨਾਂ ਦੇ ਉੱਤੇ ਉਸੇ ਸਾਲ ਹੀ ਅੱਲਾਹ ਤਾਲਾ ਨੇ ਜ਼ਵਾਲ ਇਸ ਤਰ੍ਹਾਂ ਨਾਲ ਲਿਆਂਦਾ ਕਿ ਫੈਮਿਲੀ ਮੈਂਬਰਾਂ ਦੇ ਵਿੱਚੋਂ ਜਿਹੜੇ ਬਜ਼ੁਰਗ ਸਨ, 2 3 4 ਜਿਹੜੇ ਸਨ, ਉਹ 1 ਸਾਲ ਦੇ ਵਿੱਚ ਦੁਨੀਆ ਤੋਂ ਰੁਖਸਤ ਹੋ ਗਏ। ਔਰ ਜਿਹੜੇ ਬੰਦੇ ਨੇ ਜਿਹੜਾ ਕਿਰਦਾਰ ਅਦਾ ਕੀਤਾ ਉਸ ਦੌਰਾਨ ਉਸ ਜ਼ੁਲਮ ਦੇ ਵਿੱਚ ਸ਼ਾਮਲ ਹੋਇਆ, ਅੱਲਾਹ ਤਾਲਾ ਨੇ ਉਹਨਾਂ ਦੇ ਉੱਤੇ ਇਹ ਵੀ ਕਹਿਰ ਨਾਜ਼ਲ ਕੀਤਾ ਕਿ ਉਹਨਾਂ ਨੂੰ ਔਲਾਦ ਤੋਂ ਮਹਿਰੂਮ ਰੱਖਿਆ। ਔਰ ਜਿਨ੍ਹਾਂ ਦੀ ਔਲਾਦ ਹੋ ਚੁੱਕੀ ਸੀ ਇਸ ਮਾਮਲੇ ਤੋਂ ਪਹਿਲਾਂ, ਉਸ ਤੋਂ ਬਾਅਦ ਉਹਨਾਂ ਨੂੰ ਵੀ ਔਲਾਦ ਨਾ ਮਿਲ ਸਕੀ। ਸਟੋਰੀ ਸੁਣਾਉਣ ਦਾ ਸਿਰਫ ਇੰਨਾ ਕੁ ਮਕਸਦ ਕਿ ਦੋਸਤੋ ਇਹ ਦੇਖ ਲਓ ਕਿ ਅੱਲਾਹ ਤਾਲਾ ਦੇ ਹੁਕਮ ਦੀ ਜਿਹੜਾ ਨਾਫਰਮਾਨੀ ਕਰਦਾ, ਜਾਣਦਿਆਂ ਬੁੱਝਦਿਆਂ ਹੋਇਆਂ ਵੀ, ਅੱਲਾਹ ਤਾਲਾ ਉਹਨਾਂ ਦੇ ਨਾਲ ਇਸ ਤਰ੍ਹਾਂ ਵੀ ਕਰਦਾ ਕਿ ਬੇ ਔਲਾਦ ਵੀ ਕਰ ਦਿੰਦਾ, ਔਰ ਸਾਰੀ ਜ਼ਿੰਦਗੀ ਉਹ ਲੋਕ ਔਲਾਦ ਨੂੰ ਤਰਸਦੇ ਵੀ ਰਹਿੰਦੇ ਨੇ। ਕਿ ਜਿਹੜੇ ਦੋਸਤ ਥੋੜਾ ਭੁੱਲੇ ਹੋਏ ਨੇ, ਜਿਹੜੇ ਦੋਸਤ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਨੇ, ਉਹ ਉਦਾਰਾ ਇਹ ਸਟੋਰੀ ਸੁਣ ਕੇ ਨਜ਼ਰਅੰਦਾਜ਼ ਕਰਨੀ ਛੱਡ ਦੇਣ, ਯਤੀਮਾਂ ਦੇ ਸਿਰ ਤੇ ਹੱਥ ਰੱਖਣ। ਯਤੀਮਾਂ ਨਾਲ ਅਗਰ ਜ਼ੁਲਮ ਹੁੰਦਾ ਹੋਵੇ ਤੇ ਉਸ ਜ਼ੁਲਮ ਦੇ ਵਿੱਚ ਰੁਕਾਵਟ ਬਣਨ, ਜ਼ਾਲਮ ਦੇ ਖਿਲਾਫ ਦੀਵਾਰ ਬਣ ਕੇ ਮਜ਼ਲੂਮਾਂ ਦੀ ਹਮਾਇਤ ਕਰਨ। ਜਿਹੜਾ ਬੰਦਾ ਯਤੀਮ ਦੇ ਸਿਰ ਦੇ ਉੱਤੇ ਹੱਥ ਰੱਖਦਾ ਹੈ, ਅੱਲਾਹ ਤਾਲਾ ਫਰਮਾਂਦਾ ਹੈ ਕਿ ਮੈਂ ਉਹਨੂੰ ਦੁਨੀਆ ਦੇ ਉੱਤੇ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿਆਂਗਾ। ਔਰ ਜਿਹੜਾ ਬੰਦਾ ਯਤੀਮ ਦੇ ਨਾਲ ਜ਼ੁਲਮ ਕਰਦਾ ਹੈ, ਉਹ ਹਮੇਸ਼ਾ ਦੁਨੀਆ ਦੇ ਉੱਤੇ ਪਸਤੀ ਦੀ ਤਰਫ ਜਾਂਦਾ ਹੈ ਔਰ ਪਰੇਸ਼ਾਨੀ ਦੀ ਹਾਲਤ ਵਿੱਚ ਹਰ ਵਕਤ ਰਹਿੰਦਾ ਹੈ। ਉਹਨੂੰ ਨਾ ਦਿਨੇ ਸਕੂਨ ਆਉਂਦਾ ਹੈ ਔਰ ਨਾ ਰਾਤ ਨੂੰ ਸੁੱਖ ਦੀ ਨੀਂਦਰ ਪੈਂਦੀ ਹੈ। ਤੇ ਦੋਸਤੋ ਇਹ ਥੋੜੀ ਜਿਹੀ ਸਟੋਰੀ ਸੁਣਾਉਣ ਦਾ ਮਕਸਦ ਸਿਰਫ ਇੰਨਾ ਕੋਈ ਸੀ ਕਿ ਜਿਹੜੇ ਲੋਕ ਭੁੱਲੇ ਹੋਏ ਹੋ ਉਹ ਸਮਝ ਜਾਓ ਔਰ ਅੱਲਾਹ ਤਾਲਾ ਦੇ ਹੁਕਮ ਦੇ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰੋ। ਅੱਜ ਲਈ ਇੰਨਾ ਹੀ। ਇਸ ਵੀਡੀਓ ਨੂੰ ਲਾਈਕ ਕਰਿਆ ਜੇ, ਸ਼ੇਅਰ ਕਰਿਆ ਜੇ ਔਰ ਕਮੈਂਟ ਸੈਕਸ਼ਨ ਵਿੱਚ ਇੱਕ ਕਮੈਂਟ ਲਾਜ਼ਮੀ ਕਰਿਆ ਜੇ। ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਜੇ। ਅੱਲਾਹ ਤਾਲਾ ਸਾਡਾ ਤੇ ਤੁਹਾਡਾ ਹਾਮੀ ਨਾਸਰ ਹੋਵੇ। ਢੇਰ ਸਾਰੀਆਂ ਦੁਆਵਾਂ ਦੇ ਨਾਲ। ਅੱਲਾਹ ਨਿਗਹਿਬਾਨ।